हाँ जी, ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਗਿਲਸ ਮੈਂਟੋਰ ਆਨਲਾਈਨ ਈ ਲਰਨਿੰਗ ਚੈਨਲ ਤੇ। ਜਿੱਦਾਂ ਕਿ ਤੁਸੀਂ ਜਾਣਦੇ ਹੋ ਸਾਡੀ ਪੋਲਿਟੀ ਦੀ ਸੀਰੀਜ਼ ਚੱਲ ਰਹੀ ਹੈ। ਅੱਜ ਉਹਦਾ 3rd ਲੈਕਚਰ ਹੈ। ਇਹ ਤੁਹਾਡੀ ਸੀਰੀਜ਼ ਪੰਜਾਬ ਦੇ ਓਵਰਆਲ ਐਗਜ਼ਾਮਸ ਲਈ ਬਹੁਤ ਹੈਲਪਫੁਲ ਰਹੇਗੀ ਤੇ ਹੋਰ ਵੀ ਕਈ ਸਾਰੇ ਗਵਰਨਮੈਂਟ ਐਗਜ਼ਾਮਸ ਜਿੱਦਾਂ ਕਿ ਆਰਆਰਬੀ, ਐਨਟੀਪੀਸੀ, ਐਸਐਸਸੀ, ਸੀਜੀਐਲ, ਐਸਐਸਸੀ, ਸੀਐਚਐਸਐਲ ਉਹਨਾਂ ਲਈ ਵੀ ਬੜੀ ਹੈਲਪਫੁਲ ਰਹੇਗੀ। ਇਹ ਸੀਰੀਜ਼ ਨੂੰ ਤੁਸੀਂ ਜ਼ਰੂਰ ਦੇਖਣਾ ਹੈਗਾ ਵਾ ਪੇਪਰ ਤੋਂ ਪਹਿਲੇ। ਅੱਜ ਜਿੱਦਾਂ ਕਿ ਅਸੀਂ ਪਿਛਲੇ ਲੈਕਚਰ ਵਿੱਚ ਐਂਡ ਵਿੱਚ ਕਿਹਾ ਸੀ ਮੈਂ ਤੁਹਾਨੂੰ 42 ਅਮੈਂਡਮੈਂਟ ਦੇ ਵਿੱਚ ਜਿੰਨੀਆਂ ਵੀ ਇੰਪੋਰਟੈਂਟ ਅਮੈਂਡਮੈਂਟਸ ਨੇ ਤੁਹਾਨੂੰ ਕਰਵਾਈਆਂ ਜਾਣਗੀਆਂ ਤੇ 44th ਅਮੈਂਡਮੈਂਟ ਦੇ ਵਿੱਚ। ਚਲੋ ਪਹਿਲੇ ਆਪਾਂ 42 ਅਮੈਂਡਮੈਂਟ ਨੂੰ ਡਿਸਕਸ ਕਰਦੇ ਹਾਂ। 42 ਅਮੈਂਡਮੈਂਟ 1976। 42 ਅਮੈਂਡਮੈਂਟ 1976 ਇਹਨੂੰ ਸਭ ਤੋਂ ਪਹਿਲੇ ਯਾਦ ਰੱਖਣਾ ਕੀ ਕਿਹਾ ਜਾਂਦਾ ਵਾ, ਮਿਨੀ ਕੌਨਸਟੀਟਿਊਸ਼ਨ ਕਿਹਾ ਜਾਂਦਾ ਵਾ। ਸਿੱਧਾ ਕੁਐਸਚਨ ਆ ਜਾਂਦਾ ਵਾ ਮਿਨੀ ਕੌਨਸਟੀਟਿਊਸ਼ਨ ਕਿਹੜੀ ਅਮੈਂਡਮੈਂਟ ਨੂੰ ਕਿਹਾ ਜਾਂਦਾ ਹੈ, ਉਹ ਕਿਹੜੀ ਅਮੈਂਡਮੈਂਟ ਹੈ 42 ਅਮੈਂਡਮੈਂਟ। ਇਹਦਾ ਈਅਰ ਵੀ ਜ਼ਰੂਰ ਯਾਦ ਰੱਖਣਾ ਕਿ ਕਈ ਵਾਰੀ ਸਿੱਧਾ ਆ ਜਾਂਦਾ ਵਾ 42 ਅਮੈਂਡਮੈਂਟ ਵਿਚ ਆਫ ਦ ਫੋਲੋਇੰਗ ਰਿਗਾਰਡਿੰਗ ਦ 42 ਅਮੈਂਡਮੈਂਟ ਆਰ ਕਰੈਕਟ। ਤਾਂ ਉਹਦੇ ਵਿੱਚ ਕਈ ਵਾਰੀ ਆਪਸ਼ਨ ਆ ਜਾਂਦਾ ਦੈਟ ਇਟ ਵਾਜ਼ ਡਨ ਔਨ 1976। ਠੀਕ ਹੈ, ਉਹਦੇ ਵਿੱਚ ਆਪਾਂ ਕਰੈਕਟ ਲੱਭਣੇ ਹੁੰਦੇ ਨੇ। ਠੀਕ ਹੈ, ਇਹ ਯਾਦ ਰੱਖਣੇ ਆ। ਪਿਛਲੇ ਲੈਕਚਰ 'ਚ ਆਪਾਂ ਇਹ ਵੀ ਡਿਸਕਸ ਕੀਤੇ ਸੀ ਕਿ 3 ਨਵੇਂ ਵਰਡਸ ਪ੍ਰੀਐਂਬਲ ਦੇ ਵਿੱਚ ਕੀਤੇ ਹੋਏ ਨੇ, ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਜਿਹਨੇ ਪਿਛਲਾ ਲੈਕਚਰ ਨਹੀਂ ਦੇਖਿਆ ਉਹ ਵੀ ਜ਼ਰੂਰ ਦੇਖੋ, ਉਹਦੇ ਵਿੱਚ ਪ੍ਰੀਐਂਬਲ ਦੇ ਰਿਲੇਟਿਡ ਹਰ ਕੁਐਸਚਨ ਨੂੰ ਕਵਰ ਕੀਤਾ ਗਿਆ। ਠੀਕ ਹੈ, ਐਡਿਟ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕੀਤਾ ਗਿਆ ਹੈ। ਫੰਡਾਮੈਂਟਲ ਡਿਊਟੀਜ਼ ਨੂੰ ਕਿਹੜੇ ਪਾਰਟ ਵਿੱਚ ਆਪਾਂ ਐਡ ਕੀਤਾ ਸੀ, ਪਾਰਟ 4A ਦੇ ਵਿੱਚ। ਪਾਰਟ 4A ਦੇ ਵਿੱਚ ਕੀ ਹੈ, ਫੰਡਾਮੈਂਟਲ ਡਿਊਟੀਜ਼ ਨੂੰ ਆਪਾਂ ਐਡ ਕੀਤਾ ਸੀ ਕਿਹੜੀ ਅਮੈਂਡਮੈਂਟ ਦੇ ਥਰੂ, 42 ਅਮੈਂਡਮੈਂਟ 1976। ਇਹ ਜਿਹੜੇ ਕੁਐਸਚਨ ਨੇ ਇਹ ਤਿੰਨੋਂ ਕੁਐਸਚਨ ਇੰਨੇ ਜ਼ਿਆਦਾ ਪੁੱਛੇ ਜਾ ਚੁੱਕੇ ਹੋਏ ਨੇ ਪਹਿਲੇ ਵੀ ਕਿ ਅੱਗੇ ਵੀ ਇਹਨਾਂ ਦੇ ਪੁੱਛੇ ਜਾਣ ਦੀ ਉਨੀ ਹੀ ਪੋਸੀਬਿਲਿਟੀ ਹੈਗੀ ਆ। ਉਸ ਤੋਂ ਬਾਅਦ ਕੀ ਹੈ, ਆਪਣੇ DSP ਦੇ ਵਿੱਚ ਕੀ ਹੈ 3 ਆਰਟੀਕਲਸ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ, 39, 43 ਤੇ 48। 39 ਦੇ ਵਿੱਚ ਆਪਾਂ ਜਿੱਥੇ ਇਹਦੇ A ਆ ਜਾਂਦੇ ਨਾ ਆਰਟੀਕਲ ਦੇ ਅੱਗੇ, ਉਹਦਾ ਕੈਪੀਟਲ ਵੀ ਉਹਦਾ ਕੀ ਮਤਲਬ ਹੁੰਦਾ, ਕੋਈ ਨਾ ਕੋਈ ਅਮੈਂਡਮੈਂਟ ਦੇ ਥਰੂ ਉਹ ਆਰਟੀਕਲ ਲਿਆ ਗਿਆ। ਕਦੀ ਵੀ ਆਪਾਂ ਕਿਤੇ ਪੜ੍ਹਨਾ ਜਿੱਥੇ ਲਿਖਿਆ ਹੁੰਦਾ ਕਿਤੇ ਵੀ ਆਪਣੇ ਕੈਪੀਟਲਸ ਦੇ ਵਿੱਚ ਲੈਟਰ ਲਿਖੇ ਹੋਏ ਨੇ ਮਤਲਬ ਉਹ ਅਮੈਂਡਮੈਂਟ ਥਰੂ ਲਿਆਇਆ ਗਿਆ। ਜਿੱਦਾਂ ਕਿ ਆਪਣੇ ਕੀ ਹੈ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਵੀ ਆਰਟੀਕਲ ਕੀ ਹੈ, ਆਰਟੀਕਲ ਲਿਖਿਆ ਹੁੰਦਾ ਵਾ 51A। ਠੀਕ ਹੈ, ਇਹ ਮਤਲਬ ਇਹ ਵਾਲਾ ਆਰਟੀਕਲ ਕੀ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਲਿਆ ਗਿਆ ਵਾ। ਉਸ ਤੋਂ ਬਾਅਦ ਕੀ ਆ ਜਾਂਦੇ ਆਪਣੇ, ਉਸ ਤੋਂ ਬਾਅਦ ਕਿਹੜੀ ਅਮੈਂਡਮੈਂਟਸ ਹੋਈਆਂ ਸੀਗੀਆਂ 42 ਦੇ ਅੰਦਰ, ਜਿਹੜਾ ਆਰਟੀਕਲ 32A ਹੈ। ਕੀ ਹੈ ਆਪਣਾ ਆਰਟੀਕਲ 32A, ਉਹਦੇ ਵਿੱਚ ਕੀ ਹੈ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਸੁਪਰੀਮ ਕੋਰਟ ਦੀ ਕੋਈ ਪਾਵਰ ਨਹੀਂ ਹੈਗੀ, ਕੋਈ ਜੁਡੀਰਿਕਸ਼ਨ ਨਹੀਂ ਹੈਗੀ ਕੌਨਸਟੀਟਿਊਸ਼ਨ ਦੀ ਵੈਲਿਡਿਟੀ ਆਫ ਸਟੇਟ ਲਾਅ ਇਨ ਐਨੀ ਰਿਟ। ਮਤਲਬ ਅਗਰ ਕੋਈ ਸਟੇਟ ਲਾਅ ਹੈ ਉਹਦੇ ਵਿੱਚ ਕਿਸੇ ਨੇ ਕੇਸ ਪਾਇਆ, ਰਿਟ ਕੀ ਹੁੰਦੀਆਂ ਨੇ 5 ਤਰ੍ਹਾਂ ਦੀ ਰਿਟ ਹੁੰਦੀਆਂ ਨੇ ਆਪਣੀਆਂ। ਠੀਕ ਹੈ, ਕਿੰਨੀਆਂ ਰਿਟ ਹੁੰਦੀਆਂ ਨੇ 5। ਠੀਕ ਹੈ, 5 ਤਰ੍ਹਾਂ ਦੀਆਂ ਰਿਟ ਹੁੰਦੀਆਂ ਨੇ ਆਪਣੀਆਂ। ਇਹਨਾਂ ਬਾਰੇ ਅਸੀਂ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਰਿਟ ਬਾਰੇ। ਉਸ ਤੋਂ ਬਾਅਦ ਕੀ ਹੈ ਆਰਟੀਕਲ 83 ਤੇ 172, ਉਹਦੇ ਵਿੱਚ ਕੀ ਸੀ ਲੋਕ ਸਭਾ ਦੇ ਲੈਜਿਸਲੇਟਿਵ ਅਸੈਂਬਲੀ ਦਾ ਜਿਹੜਾ ਟੈਨਿਓਰ ਹੁੰਦਾ ਉਹ 5 to 6 ਈਅਰ ਆਪਾਂ ਕਰ ਸਕਦੇ ਹਾਂ, ਮਤਲਬ 1 ਸਾਲ ਐਕਸਟੈਂਡ ਹੋ ਜਾਂਦਾ ਵਾ। ਕਿੱਦਾਂ, ਕਦੋਂ ਐਕਸਟੈਂਡ ਕਦੋਂ ਹੋਣਾ, ਐਮਰਜੈਂਸੀ ਦੇ ਟਾਈਮ ਐਕਸਟੈਂਡ ਹੋਣਾ। ਐਮਰਜੈਂਸੀ ਵੀ ਕੀ ਹੁੰਦੀ ਹੈ 3 ਤਰ੍ਹਾਂ ਦੀ, ਉਹ ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ। ਠੀਕ ਹੈ, 3 ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ, ਤੁਹਾਨੂੰ ਮੈਂ ਇੱਦਾਂ ਦੱਸ ਦਿੰਦੀ, ਨੈਸ਼ਨਲ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ ਤੇ ਸਟੇਟ ਐਮਰਜੈਂਸੀ। ਠੀਕ ਹੈ, 3 ਐਮਰਜੈਂਸੀ ਹੁੰਦੀਆਂ ਨੇ। ਠੀਕ ਹੈ, ਦੈਟ ਇਜ਼ ਨੈਸ਼ਨਲ ਐਮਰਜੈਂਸੀ, ਸਟੇਟ ਐਮਰਜੈਂਸੀ ਤੇ ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ, ਹੁਣ ਅੱਗੇ 40 ਇਹ ਸਾਰੀਆਂ ਕੀ ਸੀਗੀਆਂ 42 ਅਮੈਂਡਮੈਂਟ ਦੇ ਰਿਲੇਟਿਡ ਇੰਪੋਰਟੈਂਟ ਅਮੈਂਡਮੈਂਟਸ ਤਾਂ ਬਹੁਤ ਹੋਈਆਂ ਨੇ, ਪਰ ਕਈ ਕੀ ਹੋਇਆ ਸੀ ਜਿਹੜੀ 42 ਦੇ ਅੰਦਰ ਜਿਹੜੀ ਅਮੈਂਡਮੈਂਟਸ ਹੋਈਆਂ ਸੀ ਉਹ 44 ਅਮੈਂਡਮੈਂਟ ਦੇ ਅੰਦਰ ਨਲੀਫਾਈ ਕਰਤਾ ਸੀ, ਮਤਲਬ ਉਹਨਾਂ ਨੂੰ ਕੈਂਸਲ ਕਰਤਾ ਸੀ ਉਹ ਅਮੈਂਡਮੈਂਟਸ ਨੂੰ। ਠੀਕ ਹੈ, ਉਹਦੀ ਜਗ੍ਹਾ ਹੋਰ ਕੁਛ ਆ ਗਿਆ ਸੀਗਾ। ਠੀਕ ਹੈ, ਮਤਲਬ ਕੋਈ ਹੋਰ ਅਮੈਂਡਮੈਂਟਸ ਆ ਗਈਆਂ ਸੀ, ਮਤਲਬ ਉਹ ਚੀਜ਼ ਨੂੰ ਜਿਵੇਂ ਓਰੀਜਨਲ ਦੇ ਵਿੱਚ ਸੀ ਉੱਦਾਂ ਹੀ ਕੁਛ ਨੂੰ ਉੱਦਾਂ ਕਰਤਾ, ਪਰ ਉਹ ਆਪਣੇ ਲਈ ਇੰਪੋਰਟੈਂਟ ਨਹੀਂ। ਇੰਪੋਰਟੈਂਟ 42 ਦੇ ਅੰਦਰ ਇਹੀ ਨੇ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਵਾ ਚੰਗੀ ਤਰ੍ਹਾਂ। ਇਹ ਵੀਡੀਓ ਨੂੰ 1 ਜਾਂ 2 ਵਾਰੀ ਤੁਸੀਂ ਇਹਨੂੰ ਕਰੋਗੇ ਤੁਹਾਨੂੰ ਆਪੇ ਯਾਦ ਹੋ ਜਾਣਗੀਆਂ। ਠੀਕ ਹੈ, ਅੱਗੇ 44th ਅਮੈਂਡਮੈਂਟ 1978। 44th ਅਮੈਂਡਮੈਂਟ 1978। ਇੱਕ ਗੱਲ ਹੋਰ, ਈਅਰ ਜ਼ਰੂਰ ਯਾਦ ਰੱਖਣੀ ਹੈ। ਮੈਂ ਤੁਹਾਨੂੰ ਪਿਛਲੇ ਲੈਕਚਰ 'ਚ ਵੀ ਕਿਹਾ ਸੀਗਾ ਈਅਰ ਨੂੰ ਯਾਦ ਰੱਖਣਾ ਅਮੈਂਡਮੈਂਟਸ ਤੇ, ਇਹ ਨਹੀਂ ਕਿ ਇਕੱਲੀ ਅਮੈਂਡਮੈਂਟ ਯਾਦ ਰੱਖ ਲਈ ਈਅਰ ਨਹੀਂ। ਕਿਉਂ, ਕਈ ਵਾਰੀ ਸਟੇਟਮੈਂਟ ਦੇ ਥਰੂ ਕੁਐਸਚਨ ਆ ਜਾਂਦਾ ਵਾ ਕਿ ਜਿੱਦਾਂ ਕੁਐਸਚਨ ਆ ਜਾਂਦਾ ਅਕੋਰਡਿੰਗ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਅਬਾਊਟ 42 ਅਮੈਂਡਮੈਂਟ, ਉਹਦੇ ਵਿੱਚ ਤੁਹਾਨੂੰ ਈਅਰ ਗਲਤ ਦੇ ਦੇਣਗੇ ਤਾਂ ਉਸ ਆਪਣੀ ਸਟੇਟਮੈਂਟ ਕੀ ਹੋ ਜਾਏਗੀ ਇਨਕਰੈਕਟ। ਤੇ ਸਾਨੂੰ ਪਤਾ ਕਦੋਂ ਲੱਗੇਗਾ, ਜੇ ਆਪਾਂ ਈਅਰ ਵੀ ਨਾਲ ਸਾਨੂੰ ਪਤਾ ਹੋਣਗੇ ਅਮੈਂਡਮੈਂਟਸ ਦੇ। ਠੀਕ ਹੈ, ਹੁਣ ਇਹਦੇ ਵਿੱਚ ਕੀ ਸੀ 44th ਅਮੈਂਡਮੈਂਟ ਵਿੱਚ ਇੱਕ ਸੀਗਾ ਇੰਟਰਨਲ ਡਿਸਟਰਬੈਂਸ ਦੀ ਟਰਮ ਹੁੰਦੀ ਸੀ ਐਮਰਜੈਂਸੀ ਲਗਾਉਣ ਲਈ।
ਠੀਕ ਹੈ, ਉਹਨੂੰ ਕੀ ਕਰਤਾ ਆਰਮਡ ਰਿਬੇਲੀਅਨ ਦੇ ਵਿੱਚ ਰਿਪਲੇਸ ਕਰਦਾ। ਇੰਟਰਨਲ ਡਿਸਟਰਬੈਂਸ ਦੀ ਐਮਰਜੈਂਸੀ ਆਪਣੇ 'ਚ ਲੱਗੀ ਸੀਗੀ ਆਪਣੀ ਕੰਟਰੀ 'ਚ 1975 ਦੇ ਟਾਈਮ, ਜਦੋਂ ਇੰਦਰਾ ਗਾਂਧੀ ਜੀ ਦਾ ਰੂਲ ਹੁੰਦਾ ਸੀਗਾ। ਠੀਕ ਹੈ, ਉਹਨਾਂ ਨੇ ਲਗਾਈ ਸੀ ਇੰਟਰਨਲ ਡਿਸਟਰਬੈਂਸ ਕਰਕੇ, ਪਰ ਉਹਨੂੰ ਕੀ ਕਰਤਾ ਆਰਮਡ ਰਿਬੇਲੀਅਨ ਦੇ ਵਿੱਚ ਉਹਨੂੰ ਨਾਮ ਨੂੰ ਚੇਂਜ ਕਰਤਾ ਵਾ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਹੈ। ਅਗਲੀ ਅਮੈਂਡਮੈਂਟ ਵੈਰੀ ਇੰਪੋਰਟੈਂਟ, ਬਹੁਤ ਪੇਪਰਾਂ ਵਿੱਚ ਆਈ ਜਾ ਚੁੱਕੀ ਹੈ। ਕੀ ਹੈ, ਜਿਹੜਾ ਫੰਡਾਮੈਂਟਲ ਰਾਈਟ ਆਪਣਾ ਰਾਈਟ ਟੂ ਪ੍ਰੋਪਰਟੀ ਆਰਟੀਕਲ 31 ਦੇ ਅੰਡਰ ਆਉਂਦਾ ਸੀ, ਉਹਨੂੰ ਕੀ ਕਰਤਾ ਡਿਲੀਟ ਕਰ ਦਿੱਤਾ ਗਿਆ ਸੀ। ਕਿਹੜੀ ਅਮੈਂਡਮੈਂਟ ਦੇ ਥਰੂ? 44th ਅਮੈਂਡਮੈਂਟ 1978 ਦੇ ਥਰੂ। ਕਿਹੜੀ ਅਮੈਂਡਮੈਂਟ ਦੇ ਥਰੂ ਡਿਲੀਟ ਕਰਤਾ ਸੀਗਾ? 44th ਅਮੈਂਡਮੈਂਟ 1978 ਦੇ ਥਰੂ ਫੰਡਾਮੈਂਟਲ ਰਾਈਟ ਨੂੰ ਡਿਲੀਟ ਕਰਤਾ ਸੀ। ਆਰਟੀਕਲ ਰਾਈਟ ਟੂ ਪ੍ਰੋਪਰਟੀ ਨੂੰ ਡਿਲੀਟ ਕਰਤਾ ਸੀ ਆਰਟੀਕਲ 31 ਦੇ ਅੰਡਰ ਜਿਹੜਾ ਆਉਂਦਾ ਸੀ। ਠੀਕ ਹੈ, ਆਪਾਂ ਨੂੰ ਕੀ ਪਤਾ ਫੰਡਾਮੈਂਟਲ ਰਾਈਟਸ ਆਪਣੇ ਕੀ ਹੁੰਦੇ ਨੇ 12 to 35। ਠੀਕ ਹੈ, ਅਸੀਂ ਪਿਛਲੇ ਲੈਕਚਰਸ ਵੀ ਡਿਸਕਸ ਕੀਤਾ ਸੀਗਾ। ਉਹਦੇ ਵਿੱਚ ਜਿਹੜਾ ਆਰਟੀਕਲ 31 ਹੈ ਉਹਨੂੰ ਡਿਲੀਟ ਕਰਤਾ ਸੀ, ਜੋ ਕਿ ਰਾਈਟ ਟੂ ਪ੍ਰੋਪਰਟੀ ਸੀਗਾ, ਅਤੇ ਉਹਨੂੰ ਲੀਗਲ ਰਾਈਟ ਬਣਾਤਾ ਸੀ। ਕਿਹੜੇ ਆਰਟੀਕਲ ਦੇ ਥਰੂ? 33A ਦੇ ਥਰੂ। ਕਿਹੜੇ ਆਰਟੀਕਲ ਦੇ ਵਿੱਚ ਉਹਨੂੰ ਲੀਗਲ ਰਾਈਟ ਬਣਾਤਾ? ਆਰਟੀਕਲ 300A ਦੇ ਵਿੱਚ। ਠੀਕ ਹੈ, ਕਿਹੜੇ ਵਿੱਚ ਲੀਗਲ ਰਾਈਟ ਬਣਾਤਾ ਆਪਾਂ? ਆਰਟੀਕਲ 300A ਦੇ ਅੰਡਰ ਉਹਨੂੰ ਕੀ ਕਰਤਾ ਆਪਾਂ? ਲੀਗਲ ਰਾਈਟ ਬਣਾਤਾ। ਅਗਲੀ ਅਮੈਂਡਮੈਂਟ, ਜਿਹੜੇ ਆਪਣੇ ਫੰਡਾਮੈਂਟਲ ਰਾਈਟ ਨੇ 20 ਅਤੇ 21 ਜਿਹੜਾ ਫੰਡਾਮੈਂਟਲ ਰਾਈਟ ਹੈ, ਇਹ ਵੀ ਆਪਾਂ ਡਿਟੇਲ ਵਿੱਚ ਦੋਨੋਂ ਫੰਡਾਮੈਂਟਲ ਰਾਈਟਸ ਨੂੰ ਡਿਸਕਸ ਕਰਾਂਗੇ ਅਗਲੇ ਲੈਕਚਰ ਦੇ ਵਿੱਚ। ਉਸ ਤੋਂ ਬਾਅਦ ਕੀ ਹੈ, ਫੰਡਾਮੈਂਟਲ ਰਾਈਟਸ ਜਿਹੜੇ ਨਾ ਉਹ ਆਪਾਂ ਸਸਪੈਂਡ ਨਹੀਂ ਕਰ ਸਕਦੇ ਨੈਸ਼ਨਲ ਐਮਰਜੈਂਸੀ ਟਾਈਮ। ਠੀਕ ਹੈ, ਤੁਹਾਨੂੰ ਮੈਂ ਦੱਸਿਆ 3 ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ। ਠੀਕ ਹੈ, ਆਪਣੇ ਸਾਰੇ ਫੰਡਾਮੈਂਟਲ ਰਾਈਟਸ ਜਦੋਂ ਐਮਰਜੈਂਸੀ ਲੱਗਦੀ ਹੈ ਉਹ ਕੀ ਨਲੀਫਾਈ ਹੋ ਜਾਂਦੇ ਨੇ, ਮਤਲਬ ਉਹ ਉਸ ਟਾਈਮ 'ਤੇ ਅਸੀਂ ਲਾਗੂ ਨਹੀਂ ਹੁੰਦੇ ਆਪਣੇ ਉੱਤੇ। ਠੀਕ ਹੈ, ਅਸੀਂ ਜਦੋਂ ਨੈਸ਼ਨਲ ਐਮਰਜੈਂਸੀ ਹੈ, ਸਪੋਜ਼ ਸਾਡਾ ਕੋਈ ਫੰਡਾਮੈਂਟਲ ਰਾਈਟ ਨਹੀਂ ਮੰਨਿਆ ਗਿਆ ਅਤੇ ਅਸੀਂ ਉਸ ਟਾਈਮ 'ਤੇ ਕੋਰਟ ਚਲੇ ਗਏ, ਉਹ ਕੋਰਟ ਉਸ ਗੱਲ ਨੂੰ ਨਹੀਂ ਮੰਨੇਗਾ। ਕਿਉਂ? ਕਿਉਂਕਿ ਉਸ ਟਾਈਮ ਕੀ ਸੀ? ਐਮਰਜੈਂਸੀ ਲੱਗੀ ਹੋਈ ਸੀ। ਸਿਰਫ ਅਸੀਂ ਆਰਟੀਕਲ 20 ਅਤੇ 21 ਦੇ ਵਿੱਚ ਹੀ ਅੰਡਰ ਅਗਰ ਜਿਹੜੀ ਉਹ ਚੀਜ਼ ਦੇ ਪੁਆਇੰਟ ਆ ਰਹੇ ਨੇ, ਅਗਰ ਉਹ ਨਹੀਂ ਸਾਨੂੰ ਮਿਲ ਰਹੇ ਤਾਂ ਅਸੀਂ ਜਾ ਸਕਦੇ, ਨਹੀਂ ਤਾਂ ਅਸੀਂ ਨਹੀਂ ਜਾ ਸਕਦੇ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਪੁਆਇੰਟ ਸੀ ਤਿੰਨੋਂ 44th ਅਮੈਂਡਮੈਂਟ ਦੇ ਥਰੂ, ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਕੇ ਰੱਖਣੇ ਨੇ। ਉਸ ਤੋਂ ਬਾਅਦ ਅੱਜ ਦਾ ਆਪਾਂ ਪਹਿਲਾ ਕੁਐਸਚਨ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਕੀ ਹੈ? ਫੰਡਾਮੈਂਟਲ ਡਿਊਟੀਜ਼ ਕਿਹੜੀ ਕਮੇਟੀ ਦੀ ਰਿਕਮੈਂਡੇਸ਼ਨਸ ਨਾਲ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਲਿਆਈਆਂ ਗਈਆਂ? ਫੰਡਾਮੈਂਟਲ ਡਿਊਟੀਜ਼ ਕਿਹਦੀ ਕਮੇਟੀ ਦੀ ਰਿਕਮੈਂਡੇਸ਼ਨ ਨਾਲ? ਸਵਰਨ ਸਿੰਘ ਕਮੇਟੀ ਦੀ ਰਿਕਮੈਂਡੇਸ਼ਨ ਨਾਲ। ਫੰਡਾਮੈਂਟਲ ਡਿਊਟੀਜ਼ ਕਿਹੜੇ ਪਾਰਟ ਵਿੱਚ ਆਉਂਦੀਆਂ ਨੇ? ਪਾਰਟ 4A। ਠੀਕ ਹੈ, ਪਾਰਟ 4A ਦੇ ਵਿੱਚ ਆਉਂਦੀਆਂ ਨੇ। ਆਰਟੀਕਲ ਕੀ ਹੈ? 51A। ਠੀਕ ਹੈ, 51A ਕਿਹੜੀ ਅਮੈਂਡਮੈਂਟ ਦੇ ਥਰੂ ਆਈਆਂ ਸੀਗੀਆਂ? ਇਹ ਮੈਨੂੰ ਤੁਸੀਂ ਕੀ ਦੱਸਣਾ? ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਫੰਡਾਮੈਂਟਲ ਡਿਊਟੀਜ਼ ਕਿਹੜੀ ਅਮੈਂਡਮੈਂਟ ਦੇ ਥਰੂ ਆਈਆਂ ਸੀ। ਮੈਂ ਤੁਹਾਨੂੰ ਹੁਣ ਥੋੜ੍ਹੀ ਦੇਰ ਪਹਿਲੇ ਦੱਸਿਆ। ਠੀਕ ਹੈ, ਓਕੇ, ਯਾਦ ਰੱਖਣਾ ਸਵਰਨ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਹੋਇਆ। ਅਗਲਾ ਕੁਐਸਚਨ, ਹੂ ਇਜ਼ ਦ ਗਾਰਡੀਅਨ ਆਫ ਫੰਡਾਮੈਂਟਲ ਰਾਈਟਸ? ਮਤਲਬ ਆਪਣੇ ਜਿਹੜੇ ਫੰਡਾਮੈਂਟਲ ਰਾਈਟਸ ਹੈ ਉਹਨਾਂ ਦਾ ਗਾਰਡੀਅਨ ਕੌਣ ਹੈ? ਕੌਣ ਹੈ ਉਹਨਾਂ ਦਾ ਗਾਰਡੀਅਨ? ਜਲਦੀ ਆਨਸਰ ਦੱਸੋ। ਉਹਨਾਂ ਦਾ ਗਾਰਡੀਅਨ ਹੈ ਸੁਪਰੀਮ ਕੋਰਟ। ਮਤਲਬ ਅਗਰ ਸਾਡਾ ਕੋਈ ਫੰਡਾਮੈਂਟਲ ਰਾਈਟ ਸਾਨੂੰ ਨਹੀਂ ਮਿਲ ਰਿਹਾ, ਅਸੀਂ ਕਿੱਧਰ ਜਾ ਸਕਦੇ ਹਾਂ? ਸੁਪਰੀਮ ਕੋਰਟ ਦੇ ਅੰਦਰ ਜਾ ਸਕਦੇ ਹਾਂ, ਡਾਇਰੈਕਟ ਜਾ ਸਕਦੇ ਹਾਂ। ਨਾਲੇ ਇਹ ਨਹੀਂ ਕਿ ਪਹਿਲੇ ਸਾਨੂੰ ਹਾਈ ਕੋਰਟ ਜਾਣਾ ਪਏਗਾ ਫਿਰ ਸੁਪਰੀਮ ਕੋਰਟ ਕੋਲ ਜਾਏਗਾ, ਅਸੀਂ ਡਾਇਰੈਕਟ ਵੀ ਸੁਪਰੀਮ ਕੋਰਟ ਕੋਲ ਜਾ ਸਕਦੇ ਹਾਂ। ਹਾਈ ਕੋਰਟ ਤਾਂ ਆਪਾਂ ਜਾ ਹੀ ਸਕਦੇ ਹਾਂ, ਹਾਈ ਕੋਰਟ ਕੋਲ ਤਾਂ ਪਾਵਰ ਹੈਗੀ ਹੈ, ਪਰ ਆਪਾਂ ਸੁਪਰੀਮ ਕੋਰਟ ਕੋਲੋਂ ਡਾਇਰੈਕਟ ਜਾ ਸਕਦੇ ਹਾਂ। ਅਗਰ ਸਾਡਾ ਕੋਈ ਫੰਡਾਮੈਂਟਲ ਰਾਈਟ ਕੀ ਹੈ ਸਾਨੂੰ ਨਹੀਂ ਮਿਲ ਰਿਹਾ, ਆਪਾਂ ਸੁਪਰੀਮ ਕੋਰਟ ਕੋਲੋਂ ਕੀ ਹੈ ਡਾਇਰੈਕਟ ਜਾ ਸਕਦੇ ਹਾਂ। ਠੀਕ ਹੈ, ਅਗਲਾ ਕੁਐਸਚਨ, ਵਿਚ ਅਮੈਂਡਮੈਂਟ ਇੰਪਾਵਰਸ ਪਾਰਲੀਮੈਂਟ ਟੂ ਅਮੈਂਡ ਐਨੀ ਪਾਰਟ ਆਫ ਦ ਕੌਨਸਟੀਟਿਊਸ਼ਨ? ਮਤਲਬ ਕਿਹੜੀ ਅਮੈਂਡਮੈਂਟ ਹੈ ਜਿਹੜੀ ਪਾਰਲੀਮੈਂਟ ਨੂੰ ਹੱਕ ਦਿੰਦੀ ਹੈ ਕਿ ਉਹ ਕਿਸੇ ਵੀ ਪਾਰਟ ਆਫ ਦ ਕੌਨਸਟੀਟਿਊਸ਼ਨ ਨੂੰ ਅਮੈਂਡ ਕਰ ਸਕਦੇ ਨੇ? ਇਹਦਾ ਆਨਸਰ ਦੱਸੋ। ਇਹਦਾ ਕੀ ਆਨਸਰ ਹੈ? 24th ਅਮੈਂਡਮੈਂਟ। ਕੀ ਆਨਸਰ ਹੈ? 24th ਅਮੈਂਡਮੈਂਟ। ਇੱਕ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ 21st ਅਮੈਂਡਮੈਂਟ ਕਿਸ ਲਈ ਸੀ ਅਤੇ ਕਦੋਂ ਹੋਈ ਸੀ। ਤੁਹਾਨੂੰ ਇਹ 21st ਅਮੈਂਡਮੈਂਟ ਦਾ ਮੈਂ ਫਸਟ ਲੈਕਚਰ ਦੇ ਵਿੱਚ ਕਰਵਾਇਆ ਸੀ। 42 ਅਮੈਂਡਮੈਂਟ ਵੀ 44 ਅਮੈਂਡਮੈਂਟ ਵੀ, ਇਹ ਤਿੰਨੋਂ ਅਮੈਂਡਮੈਂਟਸ ਉਨੀਆਂ ਹੀ ਇੰਪੋਰਟੈਂਟ ਨੇ, ਬਹੁਤ ਇੰਪੋਰਟੈਂਟ ਨੇ, ਬਹੁਤ ਵਾਰੀ ਪੇਪਰਾਂ ਵਿੱਚ ਆਈ ਗਈ ਹੈ। ਠੀਕ ਹੈ, 24th ਅਮੈਂਡਮੈਂਟ ਇਹ ਵੀ SSC ਦੇ ਪੇਪਰ ਵਿੱਚ ਪੁੱਛੀ ਗਈ ਹੋਈ ਹੈ। ਠੀਕ ਹੈ, 24th ਅਮੈਂਡਮੈਂਟ ਕੀ ਕਹਿੰਦੀ ਹੈ? ਕੋਈ ਕਿਸੇ ਵੀ ਪਾਰਟ ਨੂੰ ਆਪਾਂ ਕੀ ਕਰ ਸਕਦੇ ਹਾਂ? ਚੇਂਜ ਕਰ ਸਕਦੇ ਹਾਂ ਕੌਨਸਟੀਟਿਊਸ਼ਨ ਦੀ।
ਤੇ ਇੱਕ ਚੀਜ਼ ਹੋਰ ਕੀਤੀ ਗਈ ਸੀ ਇਹ ਅਮੈਂਡਮੈਂਟ, ਆਪਾਂ ਕੋਈ ਅਮੈਂਡਮੈਂਟ ਜਿਵੇਂ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਦੇਖ ਲੈਣਾ ਕੀ ਉਹਨਾਂ ਨੇ ਕੀਤਾ ਸੀਗਾ, ਕੀ ਪਾਵਰ ਦਿੱਤੀ ਸੀ ਇਹ ਅਮੈਂਡਮੈਂਟ ਵਿੱਚ, ਕਿ ਕੰਪਲਸਰੀ ਕਰਤਾ ਸੀ ਪ੍ਰੈਜ਼ੀਡੈਂਟ ਨੂੰ ਕਿ ਜਿਹੜਾ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੈ ਉਹਨੂੰ ਐਸੈਟ ਦੇਣੀ ਹੀ ਦੇਣੀ ਹੈ। ਹਾਲੇ ਤੁਹਾਨੂੰ ਐਸੈਟ ਮਤਲਬ ਕਿ ਉਹਨੂੰ ਯੈਸ ਕਰਨਾ ਹੀ ਕਰਨਾ ਹੈ। ਕੋਈ ਅਮੈਂਡਮੈਂਟ ਹੈ ਕੌਨਸਟੀਟਿਊਸ਼ਨਲ ਪ੍ਰੈਜ਼ੀਡੈਂਟ ਲਈ ਕੰਪਲਸਰੀ ਸੀ, ਉਹਨੂੰ ਆਪਾਂ ਐਸੈਟ ਦੇਣੀ ਹੀ ਦੇਣੀ ਹੈ। ਅਸੈਂਟ ਮਤਲਬ ਕਿ ਉਹਨੂੰ ਕੱਢਣਾ ਹੀ ਕੱਢਣਾ ਹੈ, ਯੈਸ ਦੇਣੀ ਹੈ। ਇਹ ਤੁਹਾਨੂੰ ਸਾਰਾ ਪ੍ਰੈਜ਼ੀਡੈਂਟ ਬਾਰੇ ਕਿੱਦਾਂ ਬਿੱਲ ਪਾਸ ਹੁੰਦੇ ਨੇ, ਕਿਹਦੇ ਥਰੂ, ਕੌਣ ਸ਼ੁਰੂ ਕਰਦਾ, ਇਹ ਸਾਰਾ ਕੁਝ ਤੁਹਾਨੂੰ ਮੈਂ ਹੌਲੀ ਹੌਲੀ ਅਗਲੇ ਲੈਕਚਰਸ ਦੇ ਵਿੱਚ ਕਰਵਾਵਾਂਗੇ। ਬਹੁਤ ਲੰਬੀ ਡਿਟੇਲਸ ਵਿੱਚ ਹੁੰਦਾ ਵਾ, ਹੌਲੀ ਹੌਲੀ ਆਪਾਂ ਇਹਨੂੰ ਕਰਦੇ ਰਵਾਂਗੇ। ਠੀਕ ਹੈ, ਕਨਫਿਊਜ਼ ਨਹੀਂ ਹੋਣਾ ਕਿ ਅੱਜ ਮੈਮ ਨੇ ਕੀ ਕਰਵਾਤਾ, ਇਹ ਕੀ ਲਿਖਤਾ। ਠੀਕ ਹੈ, ਨੈਕਸਟ ਕੁਐਸਚਨ, ਬਾਈ ਵਿਚ ਅਮੈਂਡਮੈਂਟ ਐਜੂਕੇਸ਼ਨ ਇਜ਼ ਐਡਿਡ ਇਨ ਦ ਫੰਡਾਮੈਂਟਲ ਰਾਈਟ। ਸਾਨੂੰ ਪਤਾ ਹੈ ਕਿ ਐਜੂਕੇਸ਼ਨ ਨੂੰ ਐਡ ਕੀਤਾ ਸੀ ਕਿਹੜੇ ਆਰਟੀਕਲ ਦੇ ਵਿੱਚ, 21A ਆਰਟੀਕਲ ਦੇ ਵਿੱਚ। ਕਿਹੜੇ ਆਰਟੀਕਲ ਦੇ ਵਿੱਚ ਐਜੂਕੇਸ਼ਨ ਨੂੰ ਐਡ ਕੀਤਾ ਸੀ, 21A ਆਰਟੀਕਲ ਦੇ ਵਿੱਚ। ਕੀ ਕਿਹਾ ਸੀ ਕਿ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੇਣਾ ਸਾਰੇ ਬੱਚਿਆਂ ਨੂੰ, ਕਿਹੜੀ ਏਜ ਤੋਂ ਲੈ ਕੇ 6 to 14 ਈਅਰ। ਇਹ ਬਹੁਤ ਪੇਪਰਾਂ ਦੇ ਵਿੱਚ ਆਇਆ ਕਿ 21A ਆਰਟੀਕਲ ਕੀ ਕਹਿੰਦਾ ਵਾ। 21A ਆਰਟੀਕਲ ਕਿਹਦੇ ਨਾਲ ਰਿਲੇਟਿਡ ਹੈ, ਐਜੂਕੇਸ਼ਨ ਨਾਲ। ਕਿਹਦੇ ਨਾਲ ਰਿਲੇਟਿਡ ਹੈ 21A ਆਰਟੀਕਲ, ਐਜੂਕੇਸ਼ਨ ਨਾਲ। ਕਿਹੜੀ ਅਮੈਂਡਮੈਂਟ ਦੇ ਥਰੂ ਆਇਆ ਸੀ, 86th ਅਮੈਂਡਮੈਂਟ। ਕਿਹੜੀ ਅਮੈਂਡਮੈਂਟ ਦੇ ਥਰੂ, 86th ਅਮੈਂਡਮੈਂਟ 2002। ਠੀਕ ਹੈ, ਈਅਰ ਮੈਂ ਤਾਂ ਹੀ ਰੱਖੇ ਹੋਏ ਨੇ ਤਾਂ ਕਿ ਤੁਹਾਨੂੰ ਯਾਦ ਰਹਿਣ। ਠੀਕ ਹੈ, 86th ਅਮੈਂਡਮੈਂਟ 2002। ਕੋਈ ਪੇਪਰ 'ਚ ਇਕੱਲਾ ਅਮੈਂਡਮੈਂਟ ਲਿਖਿਆ ਹੋਇਆ ਸੀ, ਈਅਰ ਵੀ ਆਪਾਂ ਯਾਦ ਰੱਖਣਾ ਵਾ। ਠੀਕ ਹੈ, ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਅੱਗੇ ਵਧੀਏ ਹੁਣ ਆਪਾਂ। ਬਾਈ ਵਿਚ ਅਮੈਂਡਮੈਂਟ ਦ ਵੋਟਿੰਗ ਏਜ ਵਾਜ਼ ਲੋਅਰਡ ਫਰੋਮ 21 to 18। ਕਿਹੜੀ ਅਮੈਂਡਮੈਂਟ ਵਿੱਚ ਵੋਟਿੰਗ ਏਜ ਨੂੰ ਆਪਾਂ ਲੋ ਕੀਤਾ ਸੀ, 21 to 18 ਕਰਤਾ ਸੀ। ਮਤਲਬ ਜਦੋਂ ਆਪਣਾ ਕੌਨਸਟੀਟਿਊਸ਼ਨ ਬਣਿਆ ਸੀ ਉਦੋਂ ਆਪਣੀ ਵੋਟਿੰਗ ਏਜ ਹੁੰਦੀ ਸੀ 61, ਅਤੇ ਹੁਣ ਆਪਾਂ ਕਿ ਜਦੋਂ 18 ਦੇ ਹੋ ਜਾਂਦੇ ਆਪਾਂ ਵੋਟ ਪਾਉਣ ਜਾ ਸਕਦੇ ਹਾਂ ਨਾ। ਉਹ ਕਿਹੜੀ ਅਮੈਂਡਮੈਂਟ ਦੇ ਥਰੂ ਕੀਤਾ ਸੀ, 61st ਅਮੈਂਡਮੈਂਟ ਦੇ ਥਰੂ। ਕਿਹੜੀ ਅਮੈਂਡਮੈਂਟ ਦੇ ਥਰੂ ਕੀਤਾ ਸੀ, 61st ਅਮੈਂਡਮੈਂਟ ਦੇ ਥਰੂ ਉਹਨੂੰ ਕੀਤਾ ਗਿਆ ਸੀ। ਠੀਕ ਹੈ, ਇਹਦਾ ਤੁਸੀਂ ਮੈਨੂੰ ਈਅਰ ਕਮੈਂਟ ਬਾਕਸ ਵਿੱਚ ਲਿਖਣਾ ਵਾ। Which article provides us freedom as in attendance at the religious instruction or a religious worship in a certain educational institution। ਮਤਲਬ ਕੀ ਹੈ, ਜਿਹੜੀਆਂ ਮਤਲਬ ਤੁਹਾਨੂੰ ਕਿਹੜਾ ਆਰਟੀਕਲ ਕਹਿੰਦਾ ਹੈ ਕਿ ਜਿਹੜੀ ਸਾਡੀ ਰਿਲੀਜੀਅਨ ਇੰਸਟਰਕਸ਼ਨ ਹੈ ਜਾਂ ਵਰਸ਼ਿਪ ਉਹ ਆਪਾਂ ਐਜੂਕੇਸ਼ਨਲ ਇੰਸਟੀਟਿਊਟ ਦੇ ਅੰਦਰ ਵੀ ਕਰ ਸਕਦੇ ਹਾਂ। ਕਿਹੜੇ ਆਰਟੀਕਲ 'ਚ ਲਿਖਿਆ ਗਿਆ, ਆਰਟੀਕਲ 28 ਦੇ ਵਿੱਚ। ਕਿਹੜੇ ਆਰਟੀਕਲ 'ਚ ਲਿਖਿਆ, ਆਰਟੀਕਲ 28 ਦੇ ਵਿੱਚ। ਠੀਕ ਹੈ, ਇਹ ਵੀ ਆਪਣਾ ਕੀ ਹੈ, ਆਰਟੀਕਲ 28 ਫੰਡਾਮੈਂਟਲ ਰਾਈਟ। ਠੀਕ ਹੈ, ਰਾਈਟ ਟੂ ਫਰੀडम ਆਫ ਰਿਲੀਜਨ। ਕੀ ਹੁੰਦਾ, ਰਾਈਟ ਟੂ ਫਰੀडम ਆਫ ਰਿਲੀਜਨ ਹੁੰਦਾ ਵਾ। ਰਾਈਟ ਟੂ ਫਰੀडम ਆਫ ਰਿਲੀਜਨ ਕਿਹੜੇ ਆਰਟੀਕਲ ਦੇ ਅੰਦਰ ਆਉਂਦਾ, ਆਰਟੀਕਲ 25 to 28 ਕੀ ਹੈ, ਰਾਈਟ ਟੂ ਫਰੀडम ਆਫ ਰਿਲੀਜਨ। 25 ਕੀ ਕਹਿੰਦਾ, ਰਾਈਟ ਟੂ ਚੂਜ਼ ਐਨੀ ਰਿਲੀਜਨ ਪ੍ਰੈਕਟਿਸ ਐਂਡ ਪ੍ਰੋਪੋਗੇਸ਼ਨ। ਮਤਲਬ ਅਗਰ ਕੋਈ ਬੰਦਾ ਇੰਡੀਆ 'ਚ ਰਹਿ ਰਿਹਾ, ਉਹ ਕਿਸੇ ਵੀ ਰਿਲੀਜਨ ਦੀ ਪ੍ਰੈਕਟਿਸ ਜਾਂ ਪ੍ਰੋਪੋਗੇਸ਼ਨ ਕਰ ਸਕਦਾ, ਉਹਦੇ ਕੋਲ ਰਾਈਟ ਹੈਗਾ ਵੈ। ਠੀਕ ਹੈ, ਉਸ ਤੋਂ ਬਾਅਦ ਕਿ ਰਾਈਟ ਟੂ ਮੈਨੇਜ ਰਿਲੀਜੀਅਸ ਅਫੇਅਰਸ। ਮਤਲਬ ਕੋਈ ਵੀ ਮੈਨੇਜ ਕਰ ਸਕਦਾ ਰਿਲੀਜੀਅਸ ਅਫੇਅਰ ਨੂੰ। 27th ਆਰਟੀਕਲ ਕੀ ਹੈ, ਕੋਈ ਟੈਕਸ ਨਹੀਂ ਲੱਗਦਾ ਅਗਰ ਉਹ ਕੀ ਕਰ ਰਿਹਾ, ਰਿਲੀਜੀਅਸ ਮੈਟਰ ਦੇ ਉੱਤੇ ਆਪਣੀ ਰਿਲੀਜੀਅਸ ਮੈਟਰ ਉੱਤੇ ਕੋਈ ਕੰਮ ਕਰ ਰਿਹਾ ਵਾ। ਠੀਕ ਹੈ, 28 ਤੁਹਾਨੂੰ ਉੱਪਰ ਦੱਸਦਾ ਵਾ। ਠੀਕ ਹੈ, ਹੁਣ ਇੱਕ ਗੱਲ ਧਿਆਨ ਨਾਲ ਸੁਣੋ, ਆਪਾਂ 14 to 18 ਆਰਟੀਕਲ ਕੀ ਸੀ ਪਿਛਲੇ ਲੈਕਚਰਸ ਮੈਂ ਤੁਹਾਨੂੰ ਦੱਸਿਆ ਸੀ, ਉਹਨੂੰ ਵੀ ਕਮੈਂਟ ਬਾਕਸ ਵਿੱਚ ਤੁਸੀਂ ਲਿਖਣਾ ਕਿ 14 to 18 ਆਰਟੀਕਲ ਕੀ ਸੀ, ਕਿਹਦੇ ਨਾਲ ਰਿਲੇਟਿਡ ਨੇ। ਹੁਣ 25 to 28 ਆਰਟੀਕਲ ਵੀ ਆਪਣੇ ਹੋ ਗਏ, ਮਤਲਬ ਫੰਡਾਮੈਂਟਲ ਰਾਈਟ ਦੇ ਅੰਦਰ ਆਪਣੇ ਇਹ ਵਾਲੇ ਆਰਟੀਕਲਸ ਹੋ ਗਏ। ਹੁਣ ਹੋਰ ਵੀ ਆਰਟੀਕਲਸ ਨੇ, ਆਪਾਂ ਡੇਲੀ ਇੱਕ ਇੱਕ ਫੰਡਾਮੈਂਟਲ ਰਾਈਟ ਨੂੰ ਇੱਦਾਂ ਹੀ ਡਿਸਕਸ ਕਰਦੇ ਰਵਾਂਗੇ ਤਾਂ ਕਿ ਤੁਹਾਡੇ 'ਤੇ ਇੱਕ ਤਰ੍ਹਾਂ ਬਰਡਨ ਨਾ ਪਵੇ ਕਿ ਆਪਾਂ ਇਕੱਠੇ ਕਰਨਾ। ਫਿਰ ਜਦੋਂ ਸਾਰੇ ਹੋ ਜਾਣਗੇ ਇੱਕ ਮੈਂ ਸਲਾਈਡ ਵਿੱਚ ਤੁਹਾਨੂੰ ਸਾਰੇ ਡਿਟੇਲ ਵਿੱਚ ਦੁਬਾਰਾ ਸਮਝਾ ਦੇਵਾਂਗੇ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਹੂ ਵਾਜ਼ ਦ ਚੇਅਰਮੈਨ ਆਫ ਐਡਵਾਈਜ਼ਰੀ ਕਮੇਟੀ। ਕੌਣ ਸੀ ਚੇਅਰਮੈਨ, ਜਲਦੀ ਲਿਖੋ ਆਨਸਰ ਇਹਦਾ। ਕੌਣ ਸੀ ਚੇਅਰਮੈਨ ਐਡਵਾਈਜ਼ਰੀ ਕਮੇਟੀ ਦਾ, ਤੁਹਾਡੇ ਕੋਲ 2 ਸੈਕਿੰਡ ਦਾ ਟਾਈਮ ਹੈਗਾ। ਕੌਣ ਸੀ, ਵੱਲਭ ਭਾਈ ਪਟੇਲ। ਕੌਣ ਸੀ ਚੇਅਰਮੈਨ ਐਡਵਾਈਜ਼ਰੀ ਕਮੇਟੀ ਦਾ, ਵੱਲਭ ਭਾਈ ਪਟੇਲ। ਠੀਕ ਹੈ, ਅੱਗੇ ਵਧੀਏ। ਵਾਈਸ ਪ੍ਰੈਜ਼ੀਡੈਂਟ ਆਫ ਕੌਂਸਟੀਟਿਊਐਂਟ ਅਸੈਂਬਲੀ। ਇਹ ਕੁਐਸਚਨ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ ਮੈਂ ਦੱਸਦੀ ਹਾਂ, ਪਹਿਲੇ ਤੁਸੀਂ ਇਹਦਾ ਆਨਸਰ ਲਿਖੋ। ਠੀਕ ਹੈ,
आंसर लिखो जल्दी, ਇਹਦਾ आंसर दसो। ਇਹਦਾ आंसर है बोथ ए एंड बी। बहुत बच्चे की कहणगे ओनली ए, ਇਹਦੇ डाउट भी आएंगे। ओनली ए नहीं, दोनों सीगे वाइस प्रेजिडेंट। यह बहुत घट बच्चों को पता है कि दोनों कॉन्स्टिट्यूएंट असैंबली के की सी वाइस प्रेजिडेंट सीगे। यह गल भुलनी नहीं है, यह क्वेश्चन गलत नहीं करना कभी भी, दोनों वाइस प्रेजिडेंट से याद रखना है, ठीक है। दोनों की सी वाइस प्रेजिडेंट। हुण तुसीं इहदे विच मैनूं कमेंट बॉक्स दसना कॉन्स्टिट्यूएंट असैंबली की पहली मीटिंग कदों हुई सी ते ऑब्जैक्टिव रेजोल्यूशन कदों पास किया गया सी कॉन्स्टिट्यूएंट असैंबली दे विच, ठीक है। टोटल नंबर ऑफ मैंबर्स इन द कॉन्स्टिट्यूएंट असैंबली। कॉन्स्टिट्यूएंट असैंबली दे विच टोटल नंबर ऑफ मैंबर्स किन्ने सी 389। किन्ने सीगे 389। इन्हां नूं दो हिस्सियां च वंडिया गया सी। 93 इज़ फॉर प्रोविंसली स्टेट ते 286 है 296 टू हाँ 93 प्रिंसली स्टेट्स लिए सीगियां। 2 अपने किन्ने बचते हैं इत्थे 286 बचणगे। 286 किहदे अंडर हो जाणगे अपने ब्रिटिश प्रोविंसिस दे अंडर, ठीक है। हिस्सियां दे विच डिवाइड किया गया सीगा। 286 किहदे अंडर हो जाणगे ब्रिटिश प्रोविंसिस दे अंदर। नैक्सट क्वेश्चन, हु वॉज द टैंपररी चेयरमैन ऑफ कॉन्स्टिट्यूएंट असैंबली। टैंपररी चेयरमैन कौन सीगा? डॉक्टर सच्चिनंदा सेना। कौन सी टैंपररी चेयरमैन? डॉक्टर सच्चिनंदा सेना, ठीक है। पहली मीटिंग कदों हुई सी कॉन्स्टिट्यूएंट असैंबली दी, वो तुसीं मैनूं दसना है। सैकेंड मीटिंग दसना है, तो सैकेंड मीटिंग विच परमानेंट प्रेजिडेंट किन्नू बनाया गया सी जां चेयरमैन किन्नू बनाया गया सीगा, ये भी तुसीं कमेंट बॉक्स दे विच दसना। अज दा अगला क्वेश्चन, द ओरिजिनल कॉन्स्टिट्यूशन कंसिस्ट ऑफ। जदों अपना कॉन्स्टिट्यूशन बनिया सी उदों उहदे विच किन्ने पार्ट सीगे, किन्ने शेड्यूल सी ते किन्ने आर्टिकल सी, दसो इहदा आंसर। हाँ जी, मैं वेट कर रही हूँ इहदे आंसर दी, दसो। वेरी गुड, इहदा आंसर की है बी 22 पार्ट्स 8 शेड्यूल एंड 395 आर्टिकल्स। ओरिजिनल क्या है, मैं प्रेजेंट नहीं पूछ रहा, मैं ओरिजिनल। यह क्वेश्चन ध्यान नाल देखना, अगर इत्थे की हुंदा प्रेजेंट किन्ने ने तां आंसर की हो जांदा किन्ने पार्ट ने अपने हुण 25। शेड्यूल किन्ने ने दसे सी मैं 12 ते आर्टिकल दसो दसो किन्ने आर्टिकल ने 465, ठीक है। फर्स्ट स्पीकर ऑफ लोक सभा, अपना पहले स्पीकर कौन सी लोक सभा दे, ਇਹਦਾ आंसर तुसीं मैनूं कमेंट बॉक्स विच दसना वै, ठीक है। पहले स्पीकर कौन सी लोक सभा दे, कमेंट बॉक्स विच तुहाडे सारे दे आंसर मैनूं आने चाहिए ने। ऐ ना सोचना कि मैडम कमेंट बॉक्स देखते नहीं, मैं कमेंट बॉक्स जरूर देखती हर बारी। प्लूरल वोटिंग सिस्टम किनू कहा जाता है, यह अपने SSC दे प्रीवियस ईयर क्वेश्चन है। प्लूरल वोटिंग सिस्टम किनू कहा जाता वा? डी ऑप्शन, कैंडीडेट दैमसेल्फ कास्ट मोर दैन वन वोट, ठीक है। कैंडीडेट दैमसेल्फ कास्ट मोर दैन वन वोट। एन अमेंडमेंट ऑफ कॉन्स्टिट्यूशन मे बी इनिशिएटेड बाय, मतलब जी आप अमेंडमेंट्स होंगी वो कौन इनिशिएट कर सकता है, कौन इनिशिएट कर सकता वै, दसो इसका आंसर। देखिए किनू किनू आंदा इसका आंसर। इसका ऑप्शन की है डी, बाय द इंट्रोडक्शन ऑफ बिल इन आइदर हाउस ऑफ द पार्लियामेंट। हाउसिस पता है ना सारे किन्ने हाउसिस ने, 2 हाउसिस ने, लोक सभा ते राज्य सभा, ठीक है। लोक सभा नूं हाउस ऑफ पीपल भी कहा जाता वै, क्यों? क्योंकि असी ये लिए वोट पाते हैं। राज्य सभा नूं अपर हाउस कहा जाता है, ठीक है। अमेंडमेंट बारे कॉन्स्टिट्यूशनल अमेंडमेंट बिल किद्दां पास होंदा है, किद्दां असीं आने वाले लैक्चर्स विच देखांगे। हु इज़ द फस्ट लॉ ऑफिसर ऑफ द कंट्री, वैरी इंपॉर्टेंट, यह भी तुहाडा प्रीवियस SSC का क्वेश्चन है, ठीक है। कि किद्दां हुंदा पंजाब, यह पंजाब के पेपरां दे विच भी आया गया होया है, ठीक है। पंजाब के
ਪੇਪਰਾਂ ਦੇ ਵਿੱਚ ਵੀ ਬਹੁਤ ਵਾਰੀ ਪੁੱਛਿਆ ਗਿਆ ਹੋਇਆ ਹੈ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੰਜਾਬ ਦੇ ਪੇਪਰਾਂ 'ਚ ਵੀ ਪੁੱਛਿਆ ਗਿਆ ਹੋਇਆ ਵਾ। ਫਸਟ ਲਾਅ ਆਫਿਸਰ ਕੰਟਰੀ ਦਾ ਕੌਣ ਸੀ, ਦੱਸੋ ਕੌਣ ਸੀ ਫਸਟ ਲਾਅ ਆਫਿਸਰ? ਅਟਾਰਨੀ ਜਨਰਲ। ਤੁਸੀਂ ਕਮੈਂਟ ਬਾਕਸ ਮੈਨੂੰ ਦੱਸਣਾ ਫਸਟ ਲਾਅ ਆਫਿਸਰ ਪੰਜਾਬ ਦਾ ਕਿਹਨੂੰ ਕਿਹਾ ਜਾਂਦਾ ਹੈ। ਠੀਕ ਹੈ, ਪੰਜਾਬ ਦਾ ਕਿਹਨੂੰ ਕਿਹਾ ਜਾਂਦਾ ਵਾ ਫਸਟ ਲਾਅ ਆਫਿਸਰ? ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ। ਦਾ ਨੈਕਸਟ ਕੁਐਸਚਨ ਕੀ ਹੈ? ਵਿਚ ਆਰਟੀਕਲ ਆਫ ਦ ਇੰਡੀਅਨ ਕੌਨਸਟੀਟਿਊਸ਼ਨ ਹੈਜ਼ ਅ ਪ੍ਰੋਵੀਜ਼ਨ ਆਫ ਨੈਸ਼ਨਲ ਐਮਰਜੈਂਸੀ। ਹੁਣ ਤੁਹਾਨੂੰ ਮੈਂ ਦੱਸਿਆ ਸੀ 3 ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ, ਨੈਸ਼ਨਲ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ ਅਤੇ ਸਟੇਟ ਐਮਰਜੈਂਸੀ। ਠੀਕ ਹੈ, ਨੈਸ਼ਨਲ ਐਮਰਜੈਂਸੀ ਕਿਹੜੇ ਆਰਟੀਕਲ ਵਿੱਚ ਆਏਗੀ? ਆਰਟੀਕਲ 352। ਫਾਈਨੈਂਸ਼ੀਅਲ ਐਮਰਜੈਂਸੀ ਆਰਟੀਕਲ 360, ਸਟੇਟ ਐਮਰਜੈਂਸੀ ਆਰਟੀਕਲ 356। ਇਹ ਤਿੰਨੋਂ ਬਹੁਤ ਇੰਪੋਰਟੈਂਟ ਨੇ, ਤਿੰਨਾਂ 'ਚੋਂ ਹੀ ਕਦੀ ਨਾ ਕਦੀ ਕੁਐਸਚਨ ਆ ਹੀ ਜਾਂਦਾ ਵਾ, ਨੈਸ਼ਨਲ ਦਾ, ਫਾਈਨੈਂਸ਼ੀਅਲ ਦਾ, ਸਟੇਟ ਦਾ। ਠੀਕ ਹੈ, ਇੱਕ ਗੱਲ ਯਾਦ ਰੱਖਣੀ ਹੈ, ਫਾਈਨੈਂਸ਼ੀਅਲ ਐਮਰਜੈਂਸੀ ਆਪਣੇ ਦੇਸ਼ ਵਿੱਚ ਕਦੀ ਨਹੀਂ ਲੱਗੀ, ਫਾਈਨੈਂਸ਼ੀਅਲ ਐਮਰਜੈਂਸੀ ਆਪਣੇ ਕਦੀ ਵੀ ਨਹੀਂ ਲੱਗੀ। ਨੈਸ਼ਨਲ ਐਮਰਜੈਂਸੀ ਕੀ ਹੈ? 3 ਵਾਰੀ ਲੱਗੀ ਸੀ। ਠੀਕ ਹੈ, 3 ਵਾਰੀ ਲੱਗੀ ਸੀ। ਇਹਦੇ ਬਾਰੇ ਡਿਟੇਲ ਵਿੱਚ ਡਿਸਕਸ ਕਰਾਂਗੇ ਆਪਾਂ। ਅਤੇ ਇੱਕ ਵਾਰੀ ਮੈਂ ਤੁਹਾਨੂੰ ਦੱਸਿਆ ਹੁਣ ਕਦੋਂ ਲੱਗੀ ਸੀ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਹੈ। ਤੁਹਾਨੂੰ ਮੈਂ ਇੱਕ ਦੱਸਤੀ ਹੋਈ ਹੈ ਨੈਸ਼ਨਲ ਐਮਰਜੈਂਸੀ ਕਦੋਂ ਲੱਗੀ ਸੀ। ਠੀਕ ਹੈ, ਬਾਕੀ ਵੈਸੇ ਤੁਹਾਨੂੰ ਤਿੰਨੋਂ ਪਤਾ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਚਲੋ ਇਹਦਾ ਕਮੈਂਟ ਬਾਕਸ ਵਿੱਚ ਦੱਸਣਾ 3 ਵਾਰੀ ਕਦੋਂ ਲੱਗੀ ਸੀ, ਦੇਖਦੇ ਹਾਂ ਕਿਹਨੂੰ ਪਤਾ ਹੈ। ਅਤੇ ਇੱਕ ਹੋਰ ਚੀਜ਼ ਦੱਸਣੀ ਹੈ ਤੁਸੀਂ ਐਮਰਜੈਂਸੀ ਦੇ ਰਿਲੇਟਿਡ, ਕਿਹੜੀ ਸਟੇਟ ਵਿੱਚ ਸਭ ਤੋਂ ਜ਼ਿਆਦਾ ਵਾਰੀ ਐਮਰਜੈਂਸੀ ਲੱਗੀ ਹੈ? ਕਿਹੜੀ ਸਟੇਟ ਵਿੱਚ ਸਭ ਤੋਂ ਜ਼ਿਆਦਾ ਵਾਰੀ ਐਮਰਜੈਂਸੀ ਲੱਗੀ ਹੈ ਅਤੇ ਕਿੰਨੀ ਵਾਰ? ਇਹਨਾਂ ਕਹਿਣਾ ਅੱਜ ਮੈਮ ਨੇ ਇੰਨੇ ਸਾਰੇ ਸਾਨੂੰ ਕੁਐਸਚਨਸ ਕਹਿਤੇ ਨੇ, ਇਹ ਤੁਹਾਡੀ ਨੌਲੇਜ ਹੀ ਇਨਕਰੀਜ਼ ਹੋਣੀ ਹੈ ਇਹਦੇ ਨਾਲ। ਕੋਈ ਡਾਊਟ ਹੋਏ ਤੁਸੀਂ ਕਮੈਂਟ ਬਾਕਸ ਵਿੱਚ ਲਿਖੋ, ਤੁਹਾਡਾ ਉਹ ਡਾਊਟ ਅਗਲੇ ਲੈਕਚਰ ਦੇ ਵਿੱਚ ਕਲੀਅਰ ਕਰ ਦਿੱਤਾ ਜਾਵੇਗਾ। ਠੀਕ ਹੈ, ਅਗਲਾ ਕੁਐਸਚਨ ਚਲਦੇ ਹਾਂ ਆਪਾਂ। ਹੂ ਰਿਕਮੈਂਡਡ ਦ ਫੋਰਮੇਸ਼ਨ ਆਫ ਦ ਯੂਨੀਲਿੰਗੁਅਲ ਸਟੇਟ ਆਫ ਪੰਜਾਬ ਫॉर ਪੰਜਾਬੀ ਸਪੀਕਿੰਗ ਕਮਿਸ਼ਨ? ਕਿੰਨੇ ਰਿਕਮੈਂਡ ਕੀਤੀ ਸੀ ਫੋਰਮੇਸ਼ਨ? ਸ਼ਾਹ ਕਮਿਸ਼ਨ ਨੇ। ਕਿੰਨੇ ਕੀਤੀ ਸੀ? ਸ਼ਾਹ ਕਮਿਸ਼ਨ ਨੇ। ਠੀਕ ਹੈ, ਕਿੰਨੇ ਕੀਤੀ ਸੀ? ਸ਼ਾਹ ਕਮਿਸ਼ਨ ਨੇ। ਅੱਜ ਤਾਂ ਆਪਣਾ ਲਾਸਟ ਕੁਐਸਚਨ ਸੀ, ਅਤੇ ਇੱਕ ਬੱਚਿਆਂ ਦਾ ਬਹੁਤ ਡਾਊਟ ਸੀ ਪਹਿਲੇ ਲੈਕਚਰ ਵਿੱਚੋਂ, ਹੂ ਡਿਮਾਂਡਡ ਦ ਕੌਨਸਟੀਟਿਊਸ਼ਨ ਫॉर ਦ ਫਸਟ ਟਾਈਮ? ਉਹਦਾ ਆਨਸਰ ਮੈਂ ਤੁਹਾਨੂੰ ਕੀ ਦੱਸਿਆ ਸੀਗਾ? MN ਰॉय 1934। ਠੀਕ ਹੈ, ਕਿਸੇ ਇੱਕ ਬੱਚੇ ਨੇ ਲਿਖਿਆ ਸੀ MN ਰਾਏ, ਰਾਏ ਨਹੀਂ ਹੈ, ਰॉय ਹੀ ਹੈ। ਠੀਕ ਹੈ, ਆਪਣਾ ਡਾਊਟ ਤੋਂ ਕਲੀਅਰ ਕਰ ਲਿਆ ਬੱਚੇ, MN ਰਾਏ ਨਹੀਂ ਹੈ ਔਰ ਰॉय ਹੀ ਹੈ। ਕਦੋਂ? 1934 ਦੇ ਵਿੱਚ ਹੀ ਹੋਈ ਸੀ। ਠੀਕ ਹੈ, ਹੁਣ ਮੈਨੂੰ ਹੋਪ ਇਹਦੇ ਵਿੱਚ ਕਿਸੇ ਨੂੰ ਡਾਊਟ ਨਾ ਹੋਏ। ਹੂ ਡਿਮਾਂਡਡ ਦ ਕੌਨਸਟੀਟਿਊਸ਼ਨ ਫॉर ਦ ਫਸਟ ਟਾਈਮ? MN ਰॉय 1934, ਰਾਏ ਨਹੀਂ ਆਏਗਾ। ਠੀਕ ਹੈ, ਆਪਣਾ ਡਾਊਟ ਉਹ ਬੱਚੇ ਦਾ ਕਲੀਅਰ ਹੋ ਗਿਆ ਹੋਇਆ ਮੈਨੂੰ ਲੱਗਦਾ। ਠੀਕ ਹੈ, ਇਸੀ ਤਰ੍ਹਾਂ ਤੁਸੀਂ ਆਪਣੇ ਡਾਊਟਸ ਨੂੰ ਕਮੈਂਟ ਬਾਕਸ ਵਿੱਚ ਹਮੇਸ਼ਾ ਲਿਖਿਆ ਕਰੋ। ਤੁਹਾਡੇ ਮੈਂ ਕੋਸ਼ਿਸ਼ ਕਰਿਆ ਕਰਾਂਗੀ ਨੈਕਸਟ ਹੀ ਲੈਕਚਰ 'ਚ ਕਰ ਦੇਵਾਂ, ਜੇ ਨਹੀਂ ਹੋਏਗਾ ਤੁਹਾਡੇ ਉਹ ਡਾਊਟਸ ਨੂੰ ਕਦੀ ਜਦੋਂ ਵੀ ਮੈਂ ਪੜ੍ਹਾਂਗੀ ਉਹ ਲੈਕਚਰਸ ਦੇ ਵਿੱਚ ਮੈਂ ਨੈਕਸਟ ਲੈਕਚਰ ਵੀ ਤੁਹਾਡਾ ਡਾਊਟ ਹਮੇਸ਼ਾ ਕਲੀਅਰ ਕਰਾਂਗੀ। ਅਤੇ ਜੇ ਅੱਜ ਦੀ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ, ਤੁਸੀਂ ਚਾਹੁੰਦੇ ਹੋ ਜਿੱਦਾਂ ਅੱਜ ਮੈਂ ਸਟਾਰਟਿੰਗ ਵਿੱਚ 2 ਅਮੈਂਡਮੈਂਟਸ ਤੁਹਾਨੂੰ ਇੰਪੋਰਟੈਂਟ ਕਰਾਈਆਂ ਨੇ, ਅੱਗੇ ਵੀ ਤੁਹਾਨੂੰ ਮੈਂ ਇੱਦਾਂ ਇੰਪੋਰਟੈਂਟ ਟੌਪਿਕਸ ਪਹਿਲੇ ਹੀ ਇਕੱਠੇ ਕਰਾ ਦੇਵਾਂ, ਫਿਰ ਉਹਨਾਂ ਦੇ ਰਿਲੇਟਿਡ ਕੁਐਸਚਨਸ ਕਰਾ ਦੇਵਾਂ। ਜੇ ਤੁਸੀਂ ਇੱਦਾਂ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਸੀਂ ਕਿੱਦਾਂ ਚਾਹੁੰਦੇ ਹੋ। ਤੁਹਾਨੂੰ ਇਹ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀਆਂ ਰਹਿਣ। ਥੈਂਕ ਯੂ, ਗੁੱਡ ਲੱਕ ਟੂ ਆਲ।